ਹੈਲੋ ਸਟੂਡੈਂਟ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਬੇਟਾ ਅੱਜ ਆਪਾਂ ਤੁਹਾਡੇ ਸਿਵਿਕਸ ਦਾ 24 ਚੈਪਟਰ ਜਿਹੜਾ ਉਹਨੂੰ ਆਪਾਂ ਰੀਡ ਕਰਾਂਗੇ, ਅੱਜ ਪੜ੍ਹਾਂਗੇ। ਠੀਕ ਆ, ਕੌਨਸਟੀਟਿਊਸ਼ਨ ਐਂਡ ਲਾਅ। ਠੀਕ ਆ, ਸੰਵਿਧਾਨ ਐਂਡ ਕਾਨੂੰਨ ਬਾਰੇ ਪੜ੍ਹਾਂਗੇ। ਠੀਕ ਹੈ ਰਾਜੇ। ਤਾਂ ਸੰਵਿਧਾਨ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਆਪਾਂ ਸਮਝ ਸਕਦੇ ਇਸ ਗੱਲਬਾਤ ਦੇ ਥਰੂ। ਤਾਂ ਆਪਾਂ ਵੇਖਦੇ ਹਾਂ ਬੇਟਾ, ਜਿੱਦਾਂ ਤੁਸੀਂ ਕੋਈ ਗੇਮ ਕਰਦੇ ਹੋ, ਜਿੱਦਾਂ ਤੁਸੀਂ ਫੁੱਟਬਾਲ ਖੇਡਦੇ ਹੋ, ਬਾਸਕਟਬਾਲ ਖੇਡਦੇ ਹੋ, ਹੈ ਨਾ, ਹੋਰ ਬਹੁਤ ਸਾਰੀਆਂ ਗੇਮਸ ਖੇਡਦੇ ਹੋ। ਤਾਂ ਉਹ ਗੇਮਸ ਨੂੰ ਕਰਨ ਲਈ ਜੇਕਰ ਉਸ ਗੇਮ ਵਿੱਚ ਰੂਲ ਨਾ ਹੋਣ, ਰੂਲ ਅਤੇ ਰੈਗੂਲੇਸ਼ਨ ਰੂਲ ਨਾ ਹੋਵੇ, ਠੀਕ ਆ, ਬਿਨਾਂ ਰੂਲ ਦੇ ਖੇਡੀ ਜਾਵੇ ਉਹ ਗੇਮ, ਤਾਂ ਕੀ ਆ, ਉਹਦੀ ਕੋਈ ਮਤਲਬ ਕਿ ਇੰਪੋਰਟੈਂਸ ਨਹੀਂ ਰਹਿ ਜਾਂਦੀ। ਠੀਕ ਆ, ਜਿਹੜੇ ਪਲੇਅਰਸ ਹੋਣਗੇ ਬਹੁਤ ਸਾਰੀਆਂ ਕੀ ਆ ਮਿਸਟੇਕ ਕਰਨਗੇ। ਠੀਕ ਆ, ਤਾਂ ਉਹਦੇ ਨਾਲ ਕੀ ਹੋਊਗਾ, ਜਿਹੜੇ ਦੂਜੇ ਪਲੇਅਰਸ ਹੋਣਗੇ ਉਹਨਾਂ ਵਿੱਚ ਕੀ ਲੜਾਈ ਹੋਊਗੀ। ਠੀਕ ਹੈ। ਤਾਂ ਜੇਕਰ ਗੇਮ ਇੱਕ ਰੂਲ ਦੇ ਅਕੋਰਡਿੰਗ ਖੇਡੀ ਜਾਂਦੀ ਹੈ ਤਾਂ ਉਹ ਕੀ ਹੈ, ਇੱਕ ਵਧੀਆ ਤੌਰ 'ਤੇ ਡਿਸਿਪਲਿਨ ਵਿੱਚ ਖੇਡੀ ਜਾਂਦੀ ਹੈ। ਜੇਕਰ ਗੇਮ ਰੂਲ ਤੋਂ ਬਿਨਾਂ ਖੇਡੀ ਜਾਂਦੀ ਤਾਂ ਇਨਡਿਸਿਪਲਿਨ ਕੀ ਹੈ, ਕ੍ਰੀਏਟ ਹੁੰਦਾ। ਠੀਕ ਹੈ, ਗੇਮ ਵਿੱਚ। ਉਸੇ ਤਰ੍ਹਾਂ ਜਿਹੜਾ ਕੌਨਸਟੀਟਿਊਸ਼ਨ ਆ, ਤਾਂ ਜੇਕਰ ਕੋਈ ਦੇਸ਼ ਬਿਨਾਂ ਕੌਨਸਟੀਟਿਊਸ਼ਨ ਦੇ ਚੱਲਦਾ ਤਾਂ ਉਹਦੇ ਵਿੱਚ ਵੀ ਕੀ ਆ, ਉਸ ਦੇਸ਼ ਵਿੱਚ ਕੀ ਆ, ਇਨਡਿਸਿਪਲਿਨ ਕ੍ਰੀਏਟ ਹੁੰਦਾ। ਤਾਂ ਡਿਸਿਪਲਿਨ ਕ੍ਰੀਏਟ ਕਰਨ ਲਈ ਕੀ ਆ, ਹਰ ਇੱਕ ਦੇਸ਼ ਵਿੱਚ, ਜਿੱਦਾਂ ਆਪਣਾ ਭਾਰਤ ਦੇਸ਼ ਹੈ, ਇਹਦੇ ਵਿੱਚ ਕੀ ਆ, ਕੌਨਸਟੀਟਿਊਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਆ, ਅਤੇ ਕੌਨਸਟੀਟਿਊਸ਼ਨ ਜਿਹੜਾ ਗਾ ਉਸ ਦੇ ਥਰੂ ਹੀ ਕੀ ਆ, ਜਿਹੜੀ ਆਪਣੀ ਗੌਰਮੈਂਟ ਆ ਉਹ ਚੱਲਦੀ ਹੈ। ਠੀਕ ਆ, ਉਹਦੇ ਜੋ ਵੀ ਐਕਟੀਵਿਟੀਜ਼ ਹੁੰਦੀਆਂ, ਠੀਕ ਆ, ਉਹਦੇ ਅੰਡਰ ਹੀ ਹੁੰਦੀਆਂ ਵਾ। ਜੋ ਵੀ ਆਰਟੀਕਲਸ ਹੈਗੇ ਆ ਨਾ, ਜੋ ਪੜ੍ਹਦੇ ਆਪਾਂ, ਜਿਹੜੇ ਆਪਣੇ ਸਿਟੀਜ਼ਨ ਉਹਨਾਂ ਨੂੰ ਕਿਹੜੀਆਂ ਫੈਸਿਲਿਟੀਜ਼ ਦੇਣੀਆਂ, ਉਹਦੇ ਅੰਡਰ ਹੀ ਦਿੱਤੀਆਂ ਜਾਂਦੀਆਂ। ਠੀਕ ਹੈ ਬੇਟਾ। ਤਾਂ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਇੰਡੀਅਨ ਕੌਨਸਟੀਟਿਊਸ਼ਨ ਆ ਉਹ ਕਿਹਨੇ ਲਿਖਿਆ, ਉਹ ਡਾਕਟਰ ਅੰਬੇਦਕਰ ਨੇ ਲਿਖਿਆ। ਠੀਕ ਹੈ, ਡਾਕਟਰ ਭੀਮ ਰਾਓ ਅੰਬੇਦਕਰ ਨੇ ਇਸ ਨੂੰ ਕੀ ਆ, ਲਿਖਿਆ ਹੋਇਆ। ਇਹ ਸਾਰਿਆਂ ਨੇ ਤੁਸੀਂ ਯਾਦ ਰੱਖਣਾ, ਜਿਹੜਾ ਇੰਡੀਅਨ ਕੌਨਸਟੀਟਿਊਸ਼ਨ ਆ ਉਹ ਕਿਹਨੇ ਲਿਖਿਆ, ਡਾਕਟਰ ਭੀਮ ਰਾਓ ਅੰਬੇਦਕਰ ਨੇ ਲਿਖਿਆ। ਠੀਕ ਹੈ ਰਾਜੇ। ਤਾਂ ਫਸਟਲੀ ਆਪਾਂ ਪੜ੍ਹਦੇ ਹਾਂ, ਆਫਟਰ ਏ ਲੌਂਗ ਪੀਰੀਅਡ ਆਫ ਸਟਰਗਲ ਫॉर ਫਰੀडम ਇੰਡੀਆ ਬਿਕਮ ਇੰਡੀਪੈਂਡੈਂਟ ਔਨ 15 ਅਗਸਤ 1947। ਠੀਕ ਆ, ਸਦੀਆਂ ਤੋਂ ਹੀ ਜਿਹੜਾ ਭਾਰਤ ਸੀਗਾ ਕੀ ਗੁਲਾਮ ਸੀਗਾ, ਲੰਬੇ ਸਮੇਂ ਤੋਂ ਬਹੁਤ ਸਾਰੇ ਜਿਹੜੇ ਸੀਗੇ ਆਏ ਇੱਥੇ, ਉਹਨਾਂ ਦੇ ਅੰਡਰ ਕੀ ਆ, ਭਾਰਤ ਗੁਲਾਮ ਰਿਹਾ। ਤਾਂ ਕੀ ਹੋਇਆ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਜਦੋਂ ਭਾਰਤ ਆਜ਼ਾਦ ਹੋਇਆ, ਬਟ ਦਿਸ independence was incomplete because India was still to be governed by the constitution and law, which were the ones framed by this British Parliament to suppress the Indians। ਠੀਕ ਹੈ, ਜਿਹੜਾ ਸੀਗਾ, ਕਿਉਂਕਿ ਭਾਰਤ ਦਾ ਰਾਜ ਪ੍ਰਬੰਧ ਸੀਗਾ ਉਹਨਾਂ ਕਾਨੂੰਨਾਂ ਦੁਆਰਾ ਹੀ ਚਲਾਇਆ ਜਾਣਾ ਸੀਗਾ। ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਨੇ, ਬ੍ਰਿਟਿਸ਼ ਸੰਸਦ ਸੀਗੀ, ਜਿਹੜੇ ਉਹਨੇ ਕੀ ਆ, ਇੰਡੀਆ ਵਿੱਚ ਜਿਹੜੇ ਰੂਲ ਲਾਗੂ ਕੀਤੇ ਸੀ ਉਹਨਾਂ ਦੇ ਅਕੋਰਡਿੰਗ ਹੀ ਚਲਾਇਆ ਜਾ ਰਿਹਾ ਸੀਗਾ। ਤਾਂ ਕੀ ਹੋਇਆ ਕਿ ਇਸ ਨੂੰ ਇੱਕ ਵਧੀਆ ਢੰਗ ਨਾਲ ਚਲਾਉਣ ਲਈ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਭਾਰਤੀ ਸੰਵਿਧਾਨ ਦੀ ਕੀ ਆ, ਮੀਟਿੰਗ ਰੱਖੀਆਂ। ਠੀਕ ਆ, ਭਾਰਤੀ ਸੰਵਿਧਾਨ ਨੂੰ ਕੀ ਆ, ਲਿਖਿਆ। ਠੀਕ ਆ, ਤਾਂ ਕਿ ਉਹ ਜਿਹੜੀਆਂ ਬ੍ਰਿਟਿਸ਼ਰ ਨੇ ਜਿਹੜੀਆਂ ਭਾਰਤ ਵਿੱਚ ਰੂਲ ਜਿਹੜੇ ਲਾਗੂ ਕੀਤੇ ਸੀ ਉਹਨਾਂ ਨੂੰ ਤੋੜ ਕੇ ਨਵੇਂ ਰੂਲ ਭਾਰਤ ਵਿੱਚ ਲਾਗੂ ਕੀਤੇ ਗਏ। ਠੀਕ ਹੈ ਬੇਟਾ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਥਸ ਦੇਅਰ ਵਾਜ਼ ਐਨ ਅਰਜੈਂਟ ਨੀਡ ਟੂ ਫਰੇਮ ਏ ਨਿਊ ਕੌਨਸਟੀਟਿਊਸ਼ਨ ਆਫ ਏ ਇੰਡੀਪੈਂਡੈਂਸ ਇੰਡੀਆ ਇਨ ਆਰਡਰ ਟੂ ਮੇਕ ਇਟ ਸਕਸੈਸਫੁਲੀ ਇੰਡੀਪੈਂਡੈਂਟ। ਠੀਕ ਹੈ। ਤਾਂ ਇਹਦੇ ਵਿੱਚ ਵੇਖਦੇ ਆਪਾਂ, ਜੋ ਸੁਤੰਤਰਤਾ ਦੀ ਆਖਰੀ ਘੜੀ, ਜਿਹੜੀ ਜਦੋਂ ਆਪਾਂ ਨੂੰ ਸੁਤੰਤਰਤਾ ਮਿਲੀ ਤਾਂ ਕੀ ਹੋਇਆ ਕਿ ਉਹਨਾਂ ਲਈ ਜ਼ਰੂਰੀ ਹੋਇਆ ਕਿ ਨਵੇਂ ਸੰਵਿਧਾਨ ਨੂੰ ਕੀ ਆ, ਬਣਾਉਣਾ। ਠੀਕ ਹੈ, ਉਹਨੂੰ ਲਾਗੂ ਕਰਨਾ ਭਾਰਤ ਵਿੱਚ। ਠੀਕ ਹੈ, ਤਾਂ ਕਿ ਉਹਦੇ ਅਕੋਰਡਿੰਗ ਕੀ ਆ, ਜਿਹੜਾ ਦੇਸ਼ ਨੂੰ ਚਲਾਇਆ ਜਾ ਸਕੇ। ਠੀਕ ਹੈ ਬੇਟਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ, ਕੌਨਸਟੀਟਿਊਸ਼ਨ ਕੀ ਆ, ਆਪਣਾ ਭਾਰਤੀ ਸੰਵਿਧਾਨ ਕੀ ਆ, ਇਹਦਾ ਮੀਨਿੰਗ ਕੀ ਆ। ਠੀਕ ਆ, ਕੌਨਸਟੀਟਿਊਸ਼ਨ ਇਜ਼ ਦ ਲੀਗਲ ਡਾਕੂਮੈਂਟ ਅਕੋਰਡਿੰਗ ਟੂ ਵਿਚ ਦੀ ਕੰਟਰੀ ਇਜ਼ ਗਵਰਨਡ। ਦੇਖੋ, ਜਿਹੜਾ ਭਾਰਤੀ ਸੰਵਿਧਾਨ ਆ ਜਿਹੜਾ ਉਹ ਕਾਨੂੰਨੀ ਦਸਤਾਵੇਜ਼ ਹੈ। ਠੀਕ ਹੈ ਬੇਟਾ, ਲੀਗਲ ਡਾਕੂਮੈਂਟ ਅਕੋਰਡਿੰਗ ਟੂ ਵਿਚ ਦੀ ਕੰਟਰੀ ਇਜ਼ ਗਵਰਨਡ।
ਤੇ ਇਹ ਕਾਨੂੰਨੀ ਦਸਤਾਵੇਜ਼ ਜਿਹੜਾ ਹੈਗਾ ਇਸ ਦੇ ਥਰੂ ਜਿਹਦੇ ਥਰੂ ਕੀ ਕੀਤਾ ਜਾਂਦਾ ਵਾ, ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ, ਠੀਕ ਹੈ। ਜਿਹੜਾ ਰਾਜ ਪ੍ਰਬੰਧ, ਜਿਹੜਾ ਸਾਰਾ ਪ੍ਰਸ਼ਾਸਨ ਆ, ਇਹਦੇ ਅਕੋਰਡਿੰਗ ਹੀ ਚੱਲਦਾ ਦੇਸ਼ ਦਾ। ਦੀ ਸੈਂਟਰ ਐਜ਼ ਵੈਲ ਐਜ਼ ਦੀ ਸਟੇਟ ਗੌਰਮੈਂਟਸ ਆਰ ਆਲ ਰਨ ਅਕੋਰਡਿੰਗ ਟੂ ਦੀ ਕੌਨਸਟੀਟਿਊਸ਼ਨ, ਠੀਕ ਹੈ। ਜਿਹੜੀਆਂ ਸੰਵਿਧਾਨ ਅਨੁਸਾਰ ਹੀ ਕੇਂਦਰੀ ਸਰਕਾਰਾਂ ਅਤੇ ਪ੍ਰਾਂਤਾਂ ਦੀਆਂ ਸਟੇਟ ਜਿਹੜੀਆਂ ਗੌਰਮੈਂਟ ਹੋ ਗਈਆਂ, ਸੈਂਟਰ ਗੌਰਮੈਂਟ ਹੋ ਗਈਆਂ, ਉਹ ਕੀ ਆ, ਸੰਵਿਧਾਨ ਦੇ ਅਨੁਸਾਰ ਹੀ ਕੀ ਆ, ਉਹਨਾਂ ਨੂੰ ਉਹਦੇ ਅਕੋਰਡਿੰਗ ਹੀ ਚਲਾਇਆ ਜਾਂਦਾ, ਠੀਕ ਹੈ ਰਾਜੇ। ਤਾਂ ਦੀ ਗੌਰਮੈਂਟ ਆਫ ਇਹ ਕੰਟਰੀ ਰਨਸ ਅਕੋਰਡਿੰਗ ਟੂ ਦੀ ਕੌਨਸਟੀਟਿਊਸ਼ਨ। ਦੇਖੋ ਹਰ ਇੱਕ ਦੇਸ਼ ਜਿਹੜਾ ਹਰ ਇੱਕ ਦੇਸ਼ ਆ ਉਹ ਕੀ ਆ, ਉਹਦੀ ਜਿਹੜੀ ਸਰਕਾਰ ਆ ਉਹ ਕੀ ਹੈ, ਸੰਵਿਧਾਨ ਦੇ ਅਨੁਸਾਰ ਹੀ ਚੱਲਦੀ ਹੈ, ਠੀਕ ਹੈ। ਕਿਉਂਕਿ ਜਿਹੜਾ ਭਾਰਤੀ ਸੰਵਿਧਾਨ ਆ ਉਹ ਬਹੁਤ ਹੀ ਉਹਦੀ ਇੰਪੋਰਟੈਂਸ ਆ, ਠੀਕ ਹੈ, ਭਾਰਤ ਨੂੰ ਚਲਾਉਣ ਦੇ ਲਈ। ਤਾਂ ਆਪਾਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਫਸਟ ਮੀਟਿੰਗ ਜਿਹੜੀ ਹੋਈ ਸੀ ਭਾਰਤੀ ਸੰਵਿਧਾਨ ਦੀ 9 ਦਸੰਬਰ 1947 ਵਿੱਚ ਹੋਈ ਸੀ ਬੇਟਾ। ਜਦੋਂ ਇਹਨੂੰ ਮਤਲਬ ਕਿ ਯੋਜਨਾ ਬਣਾਈ ਸੀ ਉਹਨਾਂ ਨੇ, ਡਾਕਟਰ BR ਅੰਬੇਦਕਰ ਨੇ ਇਹਨੂੰ ਮਤਲਬ ਕਿ ਰਚਿਆ ਸੀਗਾ, ਰਾਈਟ ਕੀਤਾ ਸੀ, ਠੀਕ ਹੈ, ਲਿਖਿਆ ਸੀ ਉਹਨਾਂ ਨੇ। ਤਾਂ ਫਿਰ ਇਹਦੀ ਫਸਟ ਮੀਟਿੰਗ ਇਹਨੂੰ ਬਣਾਉਣ ਦੀ ਗੱਲਬਾਤ ਚੱਲੀ, ਠੀਕ ਹੈ। ਤਾਂ ਆਪਾਂ ਇਸ ਤੋਂ ਬਾਅਦ ਵੇਖਦੇ ਹਾਂ, ਇਹ ਕੌਨਸਟੀਟਿਊਸ਼ਨ ਕਮੇਟੀ ਵਾਜ਼ ਫਰੇਮਡ ਆਫਟਰ ਇੰਡੀਪੈਂਡੈਂਸ ਆਫ ਇੰਡੀਆ। ਡਾਕਟਰ ਰਾਜਿੰਦਰ ਪ੍ਰਸਾਦ ਵਾਜ਼ ਅਪੁਆਇੰਟਡ ਐਜ਼ ਐਨ ਐਕਟਿੰਗ ਪ੍ਰੈਜ਼ੀਡੈਂਟ ਆਫ ਦੀ ਕਮੇਟੀ। ਤਾਂ ਉਹਨਾਂ ਨੇ ਇਹ ਕੀਤਾ, ਜਦੋਂ ਆਜ਼ਾਦੀ ਮਿਲਣ ਤੋਂ ਬਾਅਦ ਜਿਹੜਾ ਭਾਰਤੀ ਨੇਤਾਵਾਂ ਨੇ ਇੱਕ ਸੰਵਿਧਾਨਿਕ ਕਮੇਟੀ ਦੀ ਰਚਨਾ ਕੀਤੀ, ਠੀਕ ਹੈ। ਤਾਂ ਜਦੋਂ ਉਹਨਾਂ ਨੇ ਕਮੇਟੀ ਦੀ ਰਚਨਾ ਕੀਤੀ ਤਾਂ ਡਾਕਟਰ ਰਾਜਿੰਦਰ ਪ੍ਰਸਾਦ ਸੀ ਜਿਹੜਾ, ਉਹਨੂੰ ਸੰਵਿਧਾਨ ਕਮੇਟੀ ਦਾ, ਜਿਹੜੀ ਸੰਵਿਧਾਨ ਦੀ ਕਮੇਟੀ ਦੀ ਸਭਾ ਦਾ ਸਥਾਈ ਪ੍ਰਧਾਨ ਬਣਾਇਆ ਗਿਆ, ਠੀਕ ਆ। ਉਹਨੂੰ ਮੁੱਖ ਤੌਰ 'ਤੇ ਪ੍ਰਧਾਨ ਬਣਾ ਲਿਆ, ਸਥਾਈ ਪ੍ਰਧਾਨ ਬਣਾ ਲਿਆ। ਤਾਂ ਉਸ ਦੇ ਅਕੋਰਡਿੰਗ ਕੀ ਆ, ਉਹਦੀ ਚੋਣ ਕੀਤੀ ਗਈ, ਠੀਕ ਹੈ ਬੇਟਾ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਮੀਨੋਸਕ੍ਰਿਪਟ ਕਮੇਟੀ ਬਾਰੇ ਗੱਲਬਾਤ ਕਰਦੇ ਹਾਂ। ਜਿਹੜੀ ਜਦੋਂ ਸੰਵਿਧਾਨ ਬਣਾਇਆ ਗਿਆ, ਲਿਖਿਆ ਗਿਆ ਜਾਂ ਇਹਨੂੰ ਲਾਗੂ ਕੀਤਾ ਗਿਆ, ਠੀਕ ਹੈ, ਇਹਦੀ ਮੀਟਿੰਗ ਹੋਈ ਤਾਂ ਇਹਦੇ ਵਿੱਚ ਕੌਣ ਕੌਣ ਸੀਗਾ, ਕਿਹਦੀ ਇਹਦੇ ਵਿੱਚ ਇਨਵੋਲਵਮੈਂਟ ਸੀਗੀ, ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਤਾਂ ਇਹ 7 ਮੈਂਬਰ ਕਮੇਟੀ ਵਾਜ਼ ਫਰੇਮਡ ਔਨ 29 ਅਗਸਤ 1947 under the leadership of Dr. B.R. Ambedkar to give a completed shape to the constitution, ਠੀਕ ਹੈ। ਤਾਂ ਸੰਵਿਧਾਨ ਨੂੰ ਨਿਯਮਿਤ ਰੂਪ ਵਿੱਚ ਸੰਵਿਧਾਨ ਨੂੰ ਰੂਪ ਦੇਣ ਲਈ ਡਾਕਟਰ ਅੰਬੇਦਕਰ ਦਾ ਬਹੁਤ ਵੱਡਾ ਯੋਗਦਾਨ ਹੈ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ, 7 ਮੈਂਬਰਾਂ ਕਮੇਟੀ ਬਣਾਈ, ਵੇਖ ਲਿਖਿਆ ਹੋਇਆ ਵਾ 7 ਮੈਂਬਰ ਸੀ ਕਮੇਟੀ ਵਿੱਚ, ਠੀਕ ਹੈ ਰਾਜੇ। ਤਾਂ ਜਦੋਂ ਇਹ ਕਮੇਟੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਪ੍ਰਧਾਨਗੀ ਹੇਠ ਬਣੀ ਇਹ ਕਮੇਟੀ, ਠੀਕ ਹੈ। ਮੁੱਖ ਤੌਰ 'ਤੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਹੀ ਜਿਹੜੀ ਇਹ ਕਮੇਟੀ ਦੀ ਮੀਟਿੰਗ ਕੀਤੀ ਸੀਗੀ। ਅਤੇ ਉਹਨੇ ਕੀ ਆ, ਇਹਨਾਂ ਨੂੰ ਕੀ ਆ, 7 ਮੈਂਬਰ ਦੀ ਜਿਹੜੀ ਕਮੇਟੀ ਸੀਗੀ ਤਾਂ ਭੀਮ ਰਾਓ ਅੰਬੇਦਕਰ ਦੇ ਅਕੋਰਡਿੰਗ ਹੀ ਚੱਲ ਰਹੀ ਸੀ। ਉਹਨੇ ਸ਼ੇਪ ਦਿੱਤੀ ਸੰਵਿਧਾਨ ਨੂੰ, ਭਾਰਤੀ ਸੰਵਿਧਾਨ ਨੂੰ ਮਤਲਬ ਕਿ ਰਚਿਆ ਉਹਨੇ, ਠੀਕ ਹੈ। ਉਹਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡ ਕੀਤੀਆਂ ਇਹ ਕਮੇਟੀ ਵਿੱਚ ਤੈਅ ਕਰਕੇ ਉਹਨਾਂ ਨੇ ਇਸ ਨੂੰ ਬਣਾਇਆ। ਦੀ ਮੀਨੋਸਕ੍ਰਿਪਟ ਕਮੇਟੀ ਸਟੱਡੀ ਦੀ ਕੌਨਸਟੀਟਿਊਸ਼ਨ ਆਫ ਮੈਨੀ ਅਦਰ ਕੰਟਰੀ ਆਫ ਦੀ ਵਰਲਡ। ਜਦੋਂ ਇਹ ਕਮੇਟੀ ਵਿੱਚ ਕੀ ਹੋਇਆ, ਕਮੇਟੀ ਵਿੱਚ ਕੀ ਕੀਤਾ ਉਹਨਾਂ ਨੇ ਕਿ ਬਹੁਤ ਸਾਰੇ ਸਿਧਾਂਤ ਜਿਹੜੇ ਸੀਗੇ ਦੂਜੇ ਦੇਸ਼ਾਂ ਦੇ, ਵੱਖ-ਵੱਖ ਦੇਸ਼ਾਂ ਦੇ ਜਿਹੜੇ ਸੰਵਿਧਾਨਾਂ ਦਾ ਅਧਿਐਨ ਕੀਤਾ ਇਸ ਕਮੇਟੀ ਵਿੱਚ, ਠੀਕ ਹੈ ਉਹਨਾਂ ਨੇ। ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਹੋਰਾਂ ਦੇਸ਼ਾਂ ਵਿੱਚ ਕਿਸ ਤਰ੍ਹਾਂ ਜਿਹੜਾ ਕੌਨਸਟੀਟਿਊਸ਼ਨ ਆ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਿਟੀਜ਼ਨ ਉਹਨਾਂ ਨੂੰ ਕੀ ਫੈਸਿਲਿਟੀਜ਼ ਦਿੱਤੀਆਂ ਗਈਆਂ, ਉਹਨਾਂ ਨੂੰ ਕਿਹੜੇ ਰਾਈਟਸ ਦਿੱਤੇ ਗਏ, ਕਿਹੜੇ ਆਰਟੀਕਲਸ ਦਿੱਤੇ ਗਏ ਆ, ਜਿਹਦੇ ਅਕੋਰਡਿੰਗ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਜਾਵੇ, ਹੈ ਨਾ। ਸਾਰਾ ਕੁਛ ਉਹਨਾਂ ਨੇ ਰੀਡ ਕੀਤਾ ਅਤੇ ਫਿਰ ਭਾਰਤੀ ਸੰਵਿਧਾਨ ਦੀ ਉਹਨਾਂ ਨੇ ਕੀ ਹੈ, ਇੱਕ ਮਤਲਬ ਕਿ ਉਹਨੂੰ ਸ਼ੇਪ ਦਿੱਤੀ, ਠੀਕ ਹੈ ਨਾ ਜੀ। ਅਤੇ ਇਸ ਤੋਂ ਬਾਅਦ ਦੀ ਕੌਨਸਟੀਟਿਊਸ਼ਨ ਕਮੇਟੀ ਹੇਲਡ 11 ਕਨਵੈਨਸ਼ਨਸ ਜਿਹੜੀਆਂ 11 ਕਨਵੈਨਸ਼ਨਸ ਹੋਈਆਂ, ਠੀਕ ਆ। ਇਹਦੇ ਵਿੱਚ 11 ਸਮਾਗਮ ਹੋਏ ਮਤਲਬ ਕਿ ਇਸ ਤੋਂ ਬਾਅਦ 11 ਸਮਾਗਮ ਜਿਹੜੇ ਹੋਏ ਉਹਦੇ ਵਿੱਚ ਹਰ ਵਾਰ ਕੀ ਆ, ਇਸ ਦੇ ਸੰਬੰਧ ਵਿੱਚ ਕੀ ਆ, ਮੀਟਿੰਗ ਹੁੰਦੀ ਸੀਗੀ। ਤਾਂ
ਜਿਹੜਾ ਬੇਟਾ ਸੰਵਿਧਾਨ ਨੂੰ ਲਿਖਣ ਲਈ ਇਟ ਲੁੱਕ 2 year 11 month and 18 day to completed the Indian Constitution। ਦੇਖੋ ਇਹਨਾਂ ਨੂੰ ਕਿੰਨੇ ਡੇ ਲੱਗੇ ਸੀਗੇ 2 ਸਾਲ 11 ਮਹੀਨੇ ਤੇ 18 ਦਿਨ ਬੇਟਾ ਲੱਗੇ ਸੀਗੇ, ਠੀਕ ਹੈ, ਸੰਵਿਧਾਨ ਨੂੰ ਲਿਖਣ ਲਈ। ਤੇ ਇੰਨਾ ਟਾਈਮ ਲੱਗਿਆ ਸੀਗਾ। ਇਸ ਟਾਈਮ ਤੋਂ ਬਾਅਦ ਕੀ ਹੋਇਆ, ਫਿਰ ਸੰਵਿਧਾਨ ਨੂੰ ਲਿਖਿਆ ਗਿਆ, ਠੀਕ ਹੈ, ਇੰਨਾ ਟਾਈਮ ਵਿੱਚ ਲਿਖਿਆ ਗਿਆ, ਠੀਕ ਹੈ। 2 ਸਾਲ 11 ਮਹੀਨੇ ਤੇ 18 ਦਿਨਾਂ ਵਿੱਚ ਇਹ ਕੰਪਲੀਟ ਕੀਤਾ ਗਿਆ ਭਾਰਤੀ ਸੰਵਿਧਾਨ। ਇਹ ਯਾਦ ਰੱਖਣਾ ਸਾਰਿਆਂ ਨੇ। ਇਟ ਵਾਜ਼ ਰੈਡੀ ਔਨ 26 ਨਵੰਬਰ 1949, ਠੀਕ ਹੈ। 26 ਨਵੰਬਰ 1949 ਨੂੰ ਕੀ ਇਹ ਰੈਡੀ ਹੋ ਗਿਆ ਸੀ, ਤਿਆਰ। ਪਰ ਬੇਟਾ ਇਹਨੂੰ ਇੰਪਲੀਮੈਂਟ ਕਦੋਂ ਕੀਤਾ ਗਿਆ, ਲਾਗੂ ਕਦੋਂ ਕੀਤਾ ਗਿਆ, ਠੀਕ ਹੈ। ਇੰਪਲੀਮੈਂਟਡ ਇਹਨੂੰ ਕੀਤਾ ਗਿਆ 26 ਜਨਵਰੀ 1950 ਵਿੱਚ ਇਹਨੂੰ ਕੀ ਆ ਇੰਪਲੀਮੈਂਟ ਲਾਗੂ ਕੀਤਾ ਗਿਆ, ਠੀਕ ਹੈ ਰਾਜੇ। ਇਹ ਸਾਰਿਆਂ ਨੇ ਯਾਦ ਰੱਖਣਾ, ਓਕੇ। ਦੀ ਲਾਸਟ ਮੀਟਿੰਗ ਆਫ ਕੌਂਸਟੀਟਿਊਸ਼ਨਲ ਕਮੇਟੀ ਵਾਜ਼ ਹੇਲਡ ਔਨ 25 January 1950 in which Dr. Rajendra Prasad was elected as first president of India। ਤਾਂ ਜਿਹੜੀ ਇਹਦੀ ਲਾਸਟ ਮੀਟਿੰਗ ਹੋਈ ਆ ਉਹ ਕੀ 25 ਜਨਵਰੀ 1950 ਨੂੰ ਹੋਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਰਾਜੇਂਦਰ ਪ੍ਰਸਾਦ ਸੀਗਾ ਉਹਨੂੰ ਕੀ ਆ ਭਾਰਤ ਦਾ ਰਾਸ਼ਟਰਪਤੀ ਕੀ ਆ ਚੁਣਿਆ ਗਿਆ, ਠੀਕ ਹੈ। ਪ੍ਰੈਜ਼ੀਡੈਂਟ ਕੀ ਆ ਉਹਨੂੰ ਇਲੈਕਟ ਕੀਤਾ ਗਿਆ, ਇਲੈਕਟਡ ਐਜ਼ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਥਸ ਔਨ 26 ਜਨਵਰੀ 1950 ਇੰਡੀਆ ਬਿਕਮ ਕੰਪਲੀਟਡ ਇੰਡੀਪੈਂਡੈਂਸ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ, ਠੀਕ ਹੈ। ਤਾਂ ਕੀ ਹੋਇਆ ਇਸ ਤਰ੍ਹਾਂ 26 ਜਨਵਰੀ 1950 ਨੂੰ ਭਾਰਤ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰ ਗਣਰਾਜ ਬਣ ਗਿਆ ਸੀ। ਭਾਵ ਇਸ ਦਿਨ ਕੀ ਹੋਇਆ ਸੀਗਾ, ਸੰਵਿਧਾਨ ਲਾਗੂ ਕਰਕੇ ਤੇ ਸੰਵਿਧਾਨ ਦੇ ਵਿੱਚ ਜੋ ਰੂਲ ਜੋ ਰੈਗੂਲੇਸ਼ਨ ਸੀਗੇ, ਠੀਕ ਆ, ਜੋ ਉਹਨਾਂ ਦੀਆਂ ਨਾਗਰਿਕਾਂ ਦੇ ਪ੍ਰਤੀ ਫੈਸਿਲਿਟੀਜ਼ ਸੀਗੀਆਂ, ਠੀਕ ਆ, ਜੋ ਵੀ ਨਾਗਰਿਕਾਂ ਨੂੰ ਰਾਈਟਸ ਦਿੱਤੇ ਸੀਗੇ ਉਹ ਸਾਰੀਆਂ ਚੀਜ਼ਾਂ ਲਾਗੂ ਕਰ ਦਿੱਤੀਆਂ ਗਈਆਂ। ਅਤੇ ਹੁਣ ਤੱਕ ਜੋ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਜਿਹੜਾ ਕੌਂਸਟੀਟਿਊਸ਼ਨ ਹੈਗਾ ਉਹਦੇ ਅਕੋਰਡਿੰਗ ਕੀ ਆ ਸਾਰਾ ਦੇਸ਼ ਕੀ ਆ ਚੱਲ ਰਿਹਾ, ਠੀਕ ਹੈ ਰਾਜੇ। ਓਕੇ ਬੇਟਾ, ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇ।